ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਪ੍ਰਭੂ ਯਿਸੂ ਮਸੀਹ ਨਾਸਰੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਸੁੰਦਰ ਸਮੇਂ ਦੇ ਲਈ। ਮੇਰੇ ਪਿਤਾ ਪ੍ਰਭੂ ਜੀ, ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ। ਅਨਮੋਲ ਸਾਸਾਂ ਦੀ ਪੂੰਜੀ ਬਖਸ਼ੀ ਮੇਰੇ ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਸ਼ੁਕਰ ਕਰਦੇ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਸਮੇਂ ਦੇ ਲਈ ਮੇਰੇ ਪ੍ਰਭੂ ਜੀ, ਜੋ ਅੱਜ ਦਾ ਖਾਸ ਦਿਨ ਤੁਸੀਂ ਸਾਡੀ ਜ਼ਿੰਦਗੀ ਵਿੱਚ ਲਿਆਂਦਾ ਮੇਰੇ ਪ੍ਰਭੂ ਜੀ। ਜੀਵਤਾਂ ਧਰਤੀ ਉੱਤੇ ਜੀਵਤ ਰੱਖਿਆ ਮੇਰੇ ਪਿਤਾ ਪਰਮੇਸ਼ਰ। ਤੁਸੀਂ ਆਪਣੀ ਆਸ਼ੀਸ਼ ਅਤੇ ਬਰਕਤ ਨਾਲ ਸਾਨੂੰ ਬਲੈਸ ਕੀਤਾ ਮੇਰੇ ਪ੍ਰਭੂ। ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ ਜ਼ਿੰਦਾ ਜਲਾਲੀ ਖੁਦਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਨਾ ਸਾਰੀਆਂ ਆਸ਼ੀਸ਼ਾਂ ਅਤੇ ਬਰਕਤਾਂ ਦੇ ਲਈ ਪ੍ਰਭੂ ਜੀ। ਅਸੀਂ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਾਕ ਵਚਨ ਦੇ ਨਾਲ ਕਰਨ ਜਾ ਰਹੇ ਮੇਰੇ ਪਿਤਾ। ਸਾਡੀ ਮਦਦ ਕਰਨਾ ਮੇਰੇ ਪ੍ਰਭੂ ਜੀ, ਕਿ ਦਿੱਤਾ ਹੋਇਆ ਅੱਜ ਦਾ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਅਤੇ ਬਰਕਤ ਦਾ ਕਾਰਨ ਬਣੇ। ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਪ੍ਰਭੂ ਜੀ। ਸਾਡੀ ਮਦਦ ਕਰਨਾ ਕਿ ਦਿਨ ਦੇ ਹਰ ਇੱਕ ਪਲ ਵਿੱਚ ਅਸੀਂ ਤੁਹਾਡੀ ਮਹਿਮਾ ਗਾਉਂਦੇ ਰਹੀਏ, ਤੁਹਾਡੇ ਦਿੱਤੇ ਰਾਸਤਿਆਂ 'ਤੇ ਚੱਲੀਏ ਔਰ ਤੁਹਾਡੇ ਨਾਮ ਦੀ ਵਡਿਆਈ ਵਿੱਚ ਲੱਗੇ ਰਹੀਏ ਪ੍ਰਭੂ ਜੀ। ਪਿਤਾ ਅਸੀਂ ਆਪਣੇ ਆਪ ਨੂੰ, ਆਪਣੇ ਕਾਰੋਬਾਰ ਨੂੰ ਤੁਹਾਡੇ ਤਾਕਤ ਰੱਥ ਵਿੱਚ ਸੌਂਪਦੇ ਹੋਏ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਜ਼ਿੰਦਾ ਨਾਮ ਵਿੱਚ ਸਾਰੇ ਮਿਲ ਕੇ ਮੰਗਦੇ ਹਾਂ, ਆਮੇਨ। ਅੱਜ ਆਪਾਂ ਪਰਮੇਸ਼ਰ ਦੇ ਵਚਨ ਵਿੱਚ ਜਾਣਾਂਗੇ ਕਿ ਬਹੁਤ ਸਾਰੇ ਜਨ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਅਸੀਂ ਕਦੋਂ ਦੇ ਪਰਮੇਸ਼ਰ ਵਿੱਚ ਹਾਂ, ਪਰ ਸਾਡੇ 'ਤੇ ਦੁੱਖ ਮੁਸੀਬਤਾਂ ਬਹੁਤ ਆ। ਅਸੀਂ ਧਰਮੀ ਹਾਂ, ਅਸੀਂ ਪਰਮੇਸ਼ਰ ਦੀ ਆਗਿਆਕਾਰੀ ਵਿੱਚ ਚੱਲਦੇ ਹਾਂ, ਪਰ ਫਿਰ ਵੀ ਸਾਡੇ ਉੱਤੇ ਇੰਨੀਆਂ ਮੁਸ਼ਕਿਲਾਂ, ਇੰਨੀਆਂ ਪ੍ਰੋਬਲਮਸ, ਇੰਨੀਆਂ ਬਿਮਾਰੀਆਂ ਕਿਉਂ ਆ? ਅਤੇ ਅੱਜ ਆਪਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਦੀ ਪਰਮੇਸ਼ਰ ਦੇ ਵਚਨ 'ਚ ਪੜ੍ਹਾਂਗੇ। ਜ਼ਬੂਰ 34 ਉਹਦੀ 19 ਨੰਬਰ ਆਇਤ ਨੂੰ। ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਵੀ ਲਿਖਿਆ ਆ ਕਿ ਜਿਹੜੇ ਧਰਮੀ ਲੋਕ ਹੋਣਗੇ ਉਹਨਾਂ ਦੇ ਉੱਤੇ ਮੁਸੀਬਤਾਂ ਆਉਣੀਆਂ ਹੀ ਆਉਣੀਆਂ ਆ। ਆਪਾਂ ਵਚਨ 'ਚ ਦੇਖਦੇ ਹਾਂ ਕਿ ਜੋ ਵੀ ਚੀਜ਼ ਵਚਨ 'ਚ ਲਿਖੀ ਹੁੰਦੀ ਉਹਦਾ ਪੂਰਾ ਹੋਣਾ ਜ਼ਰੂਰੀ ਆ। ਇਸ ਲਈ ਅਗਰ ਆਪਾਂ ਧਰਮੀ ਅਗਰ ਸਾਨੂੰ ਲੱਗਦਾ ਆ ਕਿ ਅਸੀਂ ਧਰਮੀ ਆ ਅਤੇ ਫਿਰ ਵੀ ਸਾਡੇ 'ਤੇ ਮੁਸੀਬਤਾਂ ਕਿਉਂ ਆ? ਅਸੀਂ ਪਰਮੇਸ਼ਰ ਨੂੰ ਗ੍ਰਹਿਣ ਕਰ ਲਿਆ, ਫਿਰ ਵੀ ਸਾਡੇ 'ਤੇ ਮੁਸੀਬਤਾਂ ਕਿਉਂ ਆ? ਅਤੇ ਅੱਜ ਆਪਾਂ ਇਸ ਵਚਨ ਦੇ ਦੁਆਰਾ ਜਾਣਿਆ ਆ ਕਿ ਪ੍ਰਭੂ ਦੇ ਵਚਨ 'ਚ ਕੀ ਲਿਖਿਆ ਕਿ ਧਰਮੀਆਂ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਫਿਰ ਵੀ ਸਾਡਾ ਪਰਮੇਸ਼ਰ ਕੀ ਸਾਨੂੰ ਉਹਨਾਂ ਸਭਨਾਂ ਤੋਂ ਛੁਡਾ ਲਵੇਗਾ। ਹੁਣ ਆਪਾਂ ਬਾਈਬਲ 'ਚ ਕੁਝ ਧਰਮੀਆਂ ਬਾਰੇ ਜਾਣਾਂਗੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਮੁਸੀਬਤਾਂ ਨੇ ਘੇਰਿਆ, ਪਰ ਪ੍ਰਭੂ ਜੀ ਨੇ ਉਹਨਾਂ ਨੂੰ ਉੱਚਾ ਕੀਤਾ। ਉਹ ਜਾਣਨ ਦੇ ਲਈ ਆਪਾਂ ਪੜ੍ਹਾਂਗੇ ਮਤੀ 27 ਉਹਦੀ 26 ਨੰਬਰ ਆਇਤ ਨੂੰ। ਤਦ ਉਸਨੇ ਬਰੱਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ, ਪਰ ਯਿਸੂ ਨੂੰ ਕੋੜੇ ਮਾਰ ਕੇ ਸਲੀਬ ਉੱਤੇ ਚੜਾਉਣ ਲਈ ਹਵਾਲੇ ਕਰ ਦਿੱਤਾ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਜੋ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਅੱਜ, ਕਿਉਂਕਿ ਦੇਖੋ ਅੱਜ ਦੇ ਵਚਨ ਦੇ ਵਿੱਚ ਕਿਸ ਧਰਮੀ ਜਨ ਬਾਰੇ ਗੱਲ ਹੋ ਰਹੀ ਆ, ਖੁਦ ਪਰਮੇਸ਼ਰ ਦੇ ਪੁੱਤਰ ਬਾਰੇ। ਆਪਾਂ ਤਾਂ ਉਹਨਾਂ ਦੇ ਪੈਰ ਦਾ ਤਸਮਾ ਖੋਲ੍ਹਣ ਦੇ ਲਾਇਕ ਵੀ ਨਹੀਂ ਹੈਗੇ। ਉਹ ਤਾਂ ਇੰਨੇ ਜ਼ਿਆਦਾ ਧਰਮੀ ਸੀ ਕਿ ਉਹਨਾਂ ਦੇ ਦਿਲ ਵਿੱਚ ਪਾਪ, ਵੈਰ, ਵਿਰੋਧ, ਈਰਖਾ ਦਾ ਕੋਈ ਨਿਸ਼ਾਨ ਵੀ ਨਹੀਂ ਸੀਗਾ। ਉਹਨਾਂ ਨੂੰ ਹਰ ਤਰ੍ਹਾਂ ਦੇ ਪ੍ਰਤਿਆਵੇ ਵਿੱਚੋਂ ਕੱਢਿਆ ਗਿਆ, ਪਰ ਉਹਨਾਂ ਨੇ ਪਰਮੇਸ਼ਰ ਦੇ ਖਿਲਾਫ ਕੁੜਕੁੜਾਇਆ ਨਹੀਂ, ਜਦ ਕਿ ਉਹ ਖੁਦ ਪਰਮੇਸ਼ਰ ਦੇ ਪੁੱਤਰ ਸੀਗੇ। ਉਹਨਾਂ ਨੇ ਕੀ ਕੀਤਾ? ਆਪਣੇ ਕਰਕੇ ਗਾਲਾਂ ਵੀ ਸਹਿ ਲਈਆਂ। ਉਹਨਾਂ ਨੇ ਆਪਣੇ ਸਿਰ ਉੱਤੇ ਕੰਡਿਆਂ ਦਾ ਤਾਜ ਵੀ ਰਖਾ ਲਿਆ, ਉਹਨਾਂ ਨੇ ਕੋੜੇ ਵੀ ਖਾ ਲਏ ਔਰ ਬੇਹੱਦ ਦਰਦਨਾਕ ਸਲੀਬ ਨੂੰ ਵੀ ਸਾਡੇ ਲਈ ਉਹਨਾਂ ਨੇ ਗ੍ਰਹਿਣ ਕਰ ਲਿਆ। ਉਹ ਕਿੰਨੇ ਜ਼ਿਆਦਾ ਧਰਮੀ ਸੀਗੇ, ਉਹਨਾਂ ਨੂੰ ਫਿਰ ਵੀ ਇੰਨੇ ਜ਼ਿਆਦਾ ਦੁੱਖ ਸਹਿਣੇ ਪਏ ਕਿ ਅੱਜ ਆਪਾਂ ਇਹਨਾਂ ਜਿੰਨੇ ਧਰਮੀ ਹੈਗੇ ਆ, ਪ੍ਰਭੂ ਯਿਸੂ ਮਸੀਹ ਜਿੰਨੇ ਧਰਮੀ ਹੈਗੇ ਆ, ਅੱਜ ਅਸੀਂ ਆਪਣੇ ਦੁੱਖਾਂ ਤੋਂ, ਛੋਟੀਆਂ ਛੋਟੀਆਂ ਪ੍ਰੋਬਲਮਸ ਤੋਂ, ਛੋਟੀਆਂ ਛੋਟੀਆਂ ਬਿਮਾਰੀਆਂ ਤੋਂ ਪਰਮੇਸ਼ਰ ਦੇ ਖਿਲਾਫ ਬੋਲਣ ਲੱਗ ਜਾਂਦੇ ਹਾਂ। ਆਪਾਂ ਆਪਣੇ ਆਪ ਨੂੰ ਇੰਨੇ ਧਰਮੀ ਮੰਨਦੇ, ਸਾਨੂੰ ਲੱਗਦਾ ਹੈ ਕਿ ਸਾਡੇ 'ਤੇ ਦੁੱਖ ਨਹੀਂ ਆਉਣੇ ਚਾਹੀਦੇ ਕਿਉਂਕਿ ਅਸੀਂ ਤਾਂ ਧਰਮੀ ਆ, ਅਸੀਂ ਤਾਂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲਿਆ, ਸਾਡੇ 'ਤੇ ਦੁੱਖ ਕਿਉਂ ਆਉਂਦੇ ਪਏ ਆ? ਪਰ ਜਿਹੜੇ ਖੁਦ ਯਿਸੂ ਮਸੀਹ ਸੀਗੇ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸਿੱਖਣਾ ਚਾਹੀਦਾ ਆ ਕਿ ਅਸੀਂ ਪਰਮੇਸ਼ਰ ਦੇ ਬਰਾਬਰ ਨਹੀਂ ਹੈਗੇ। ਜਦ ਪਰਮੇਸ਼ਰ ਦੇ ਪੁੱਤਰ ਨੇ ਇੰਨੇ ਦੁੱਖ ਝੱਲੇ, ਇੰਨੇ ਦੁੱਖ ਸਹਿ ਲਏ ਉਹਨਾਂ ਨੇ ਸਾਡੇ ਕਰਕੇ, ਇੰਨੀਆਂ ਤਾੜਨਾਵਾਂ ਉਹਨਾਂ 'ਤੇ ਕੀਤੀਆਂ ਗਈਆਂ, ਬੇਹੱਦ ਦਰਦਨਾਕ ਉਹਨਾਂ ਨੂੰ ਸਲੀਬੀ ਮੌਤ ਦਿੱਤੀ ਗਈ, ਤਾਂ ਉਹਨਾਂ ਨੇ ਪਰਮੇਸ਼ਰ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਔਰ ਪਰਮੇਸ਼ਰ ਦੇ ਹਰ ਇੱਕ ਵਚਨ ਨੂੰ ਉਹਨਾਂ ਨੇ ਪੂਰਿਆ ਕੀਤਾ, ਇੰਨੇ ਦੁੱਖਾਂ ਦੇ ਰਹਿੰਦੇ ਹੋਏ ਵੀ। ਅਤੇ ਅੱਜ ਅਸੀਂ ਛੋਟੀਆਂ ਛੋਟੀਆਂ ਪ੍ਰੋਬਲਮਸ ਵਿੱਚ ਕਹਿ ਦਿੰਦੇ ਕਿ ਸਾਨੂੰ ਇਹ ਸਭ ਕਿਉਂ ਆ, ਸਾਡੇ ਲਈ ਹੀ ਇਹ ਸਭ ਦੁੱਖ ਕਿਉਂ ਆ? ਕਿ ਅਸੀਂ ਇੰਨੇ ਧਰਮੀ ਹੋ ਗਏ ਹਾਂ ਕਿ ਸਾਨੂੰ ਕੋਈ ਦੁੱਖ ਨਾ ਹੋਵੇ, ਕਿ ਅਸੀਂ ਵਾਕਿਆ ਇੰਨੇ ਆਗਿਆਕਾਰੀ ਵਿੱਚ ਚੱਲਦੇ ਹਾਂ ਕਿ ਸਾਡੇ 'ਤੇ ਬਿਮਾਰੀਆਂ ਨਾ ਹੋਣ, ਕਿ ਅਸੀਂ ਇੰਨੇ ਪਾਕ ਹੋ ਗਏ ਹਾਂ ਕਿ ਸ਼ੈਤਾਨ ਸਾਨੂੰ ਪਰਖਣ ਦੇ ਲਈ ਨਾ ਆਵੇ। ਅਸੀਂ ਯਿਸੂ ਮਸੀਹ ਜੀ ਦੀ ਲਾਈਫ ਤੋਂ ਐਗਜ਼ਾਮਪਲ ਲੈ ਸਕਦੇ ਹਾਂ
ਕਿ ਅਸੀਂ ਕਿੰਨੇ ਕੁ ਧਰਮੀ ਆ। ਇੱਕ ਉਹ ਇਨਸਾਨ ਜਿਹਦੇ ਦਿਲ ਵਿੱਚ ਨਾ ਈਰਖਾ ਸੀ, ਨਾ ਉਹਨੇ ਪਰਮੇਸ਼ਰ ਦੇ ਇੱਕ ਵੀ ਹੁਕਮ ਨੂੰ ਟਾਲਿਆ, ਉਹਦੀ ਲਾਈਫ 'ਚ ਅਗਰ ਇੰਨੀਆਂ ਸਾਰੀਆਂ ਮੁਸੀਬਤਾਂ ਸੀਗੀਆਂ, ਅਤੇ ਫਿਰ ਅਸੀਂ ਕੀ ਕੀਤਾ ਪਰਮੇਸ਼ਰ ਦੇ ਲਈ ਜੋ ਸਾਡੇ ਉੱਤੇ ਮੁਸੀਬਤਾਂ ਨਾ ਪੈਣ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਰਸੂਲਾਂ ਦੇ ਕਰਤੱਵ ਉਹਦੇ 5 ਨੰਬਰ ਅਧਿਆਇ ਦੀ 40 ਨੰਬਰ ਆਇਤ ਨੂੰ। ਉਹਨਾਂ ਨੇ ਉਹਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਉਹਨਾਂ ਨੂੰ ਤਕੀਦ ਕੀਤੀ, ਸੋ ਯੀਸ਼ੂ ਦੇ ਨਾਮ ਦਾ ਚਰਚਾ ਨਾ ਕਰਨਾ, ਫਿਰ ਉਹਨਾਂ ਨੂੰ ਛੱਡ ਦਿੱਤਾ। ਹਾਲੇਲੂਇਆ। ਦੇਖੋ, ਪਹਿਲਾਂ ਤਾਂ ਪਰਮੇਸ਼ਰ ਦੇ ਪੁੱਤਰ ਨੇ ਖੁਦ ਸਾਡੇ ਲਈ ਇੰਨੇ ਦੁੱਖ ਝੱਲੇ, ਇੰਨੇ ਪਰਤਿਆਵੇ ਵਿੱਚੋਂ ਲੰਘੇ, ਇੰਨੇ ਜ਼ਿਆਦਾ ਕੁੱਟਮਾਰ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਿਤਾਈ, ਇੰਨੇ ਜ਼ਿਆਦਾ ਮੁਸੀਬਤਾਂ ਉਹਨਾਂ 'ਤੇ ਆਈਆਂ। ਪਰ ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਉਹਨਾਂ ਦੇ ਸੱਦੇ ਹੋਏ ਚੇਲੇ ਸੀਗੇ, ਜਿਹੜੇ ਪਰਮੇਸ਼ਰ ਦੇ ਦੁਆਰਾ ਤਿਆਰ ਕੀਤੇ ਗਏ ਸੀ ਵਾਢੇ, ਉਹਨਾਂ ਨੂੰ ਵੀ ਦੁੱਖ ਝੱਲਣੇ ਪਏ। ਉਹਨਾਂ 'ਤੇ ਕੁੱਟਿਆ ਮਾਰਿਆ ਗਿਆ, ਉਹਨਾਂ ਨੂੰ ਜੇਲ੍ਹ ਤੱਕ ਭੇਜਿਆ ਗਿਆ, ਉਹਨਾਂ 'ਤੇ ਤਾੜਨਾਵਾਂ ਕੀਤੀਆਂ ਗਈਆਂ, ਉਹਨਾਂ ਨੇ ਵੀ ਦੁੱਖ ਝੱਲੇ। ਜਦ ਕਿ ਉਹਨਾਂ ਨੇ ਪਰਮੇਸ਼ਰ ਨੂੰ ਆਪਣੇ ਅੱਖਾਂ ਨਾਲ ਦੇਖਿਆ ਸੀ, ਉਹਨਾਂ ਦੇ ਨਾਲ ਰਹੇ ਸੀ, ਉਹਨਾਂ ਦੀ ਜ਼ੁਬਾਨੋਂ ਉਹਨਾਂ ਨੇ ਪਾਕ ਵਚਨ ਸੁਣੇ ਸੀਗੇ, ਉਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਸਾਲ ਉਹਨਾਂ ਨੇ ਵਚਨ ਪ੍ਰਚਾਰ ਸੁਣਿਆ, ਉਹਨਾਂ ਨੂੰ ਵੀ ਦੁੱਖ ਦਿੱਤੇ ਗਏ। ਅਤੇ ਫਿਰ ਅਸੀਂ ਕੀ ਹਾਂ? ਅਸੀਂ ਤਾਂ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਵੀ ਨਹੀਂ ਚੱਜ ਤਰੀਕੇ ਨਾਲ, ਅਸੀਂ ਉਹਨੂੰ ਮੰਨਣਾ ਤਾਂ ਬਾਅਦ ਵਿੱਚ ਆ, ਪਹਿਲਾਂ ਚਾਹੇ ਸਹੀ ਤਰੀਕੇ ਨਾਲ ਉਹਨੂੰ ਸੁਣਿਆ ਵੀ ਨਹੀਂ। ਉਹਨਾਂ ਦੇ ਹੁਕਮਾਂ ਨੂੰ ਮੰਨਣਾ ਤਾਂ ਬਾਅਦ ਵਿੱਚ, ਅਸੀਂ ਤਾਂ ਜਾਣਿਆ ਵੀ ਨਹੀਂ ਕਿ ਪਰਮੇਸ਼ਰ ਦੇ ਹੁਕਮ ਹੈ ਕਿਹੜੇ ਕਿਹੜੇ ਆ। ਔਰ ਹਜੇ ਅਸੀਂ ਕਹਿੰਦੇ ਕਿ ਸਾਡੇ ਉੱਤੇ ਦੁੱਖ ਬਿਮਾਰੀਆਂ ਕਿਉਂ ਆ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਰਸੂਲਾਂ ਦੇ ਕਰਤੱਵ ਉਹਦੇ 21 ਨੰਬਰ ਅਧਿਆਇ ਦੀ 32 ਨੰਬਰ ਆਇਤ ਨੂੰ। ਉਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਹਨਾਂ ਉੱਤੇ ਦੌੜ ਪਿਆ ਅਤੇ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲਸ ਦੇ ਮਾਰਨ ਤੋਂ ਹਟ ਗਏ। ਹਾਲੇਲੂਇਆ। ਪੌਲਸ ਕੌਣ ਸੀਗੇ? ਪਰਮੇਸ਼ਰ ਦੇ ਨਾਮ ਦਾ ਵਚਨ ਪ੍ਰਚਾਰ ਕਰਨ ਵਾਲੇ ਸੀਗੇ, ਪਰਮੇਸ਼ਰ ਦੇ ਦਾਸ ਸੀਗੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਚੁਣਿਆ। ਪਹਿਲਾਂ ਉਹ ਕੀ ਸੀ? ਪਾਪੀ ਸੀਗੇ, ਜਿੱਦਾਂ ਅਸੀਂ ਪਾਪੀ ਸੀਗੇ। ਫਿਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਗ੍ਰਹਿਣ ਕੀਤਾ ਜਿੱਦਾਂ ਅਸੀਂ ਗ੍ਰਹਿਣ ਕੀਤਾ। ਪਰ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ? ਪਰਮੇਸ਼ਰ ਦੇ ਨਾਮ ਦਾ ਇੰਨਾ ਪ੍ਰਚਾਰ ਕੀਤਾ, ਇੰਨੀ ਜਗ੍ਹਾ 'ਤੇ ਗਏ, ਉਹਨਾਂ ਨੇ ਬਹੁਤ ਸਾਰੀਆਂ ਰੂਹਾਂ ਬਚਾਈਆਂ। ਫਿਰ ਵੀ ਉਹਨਾਂ ਨੂੰ ਦੁੱਖ ਝੱਲਣੇ ਪਏ, ਉਹਨਾਂ ਨੂੰ ਵੀ ਕੁੱਟਮਾਰ ਸਹਿਣੀ ਪਈ। ਪਰ ਅਸੀਂ ਨਾ ਤਾਂ ਪਰਮੇਸ਼ਰ ਦੇ ਵਚਨ ਨੂੰ ਸੁਣਿਆ, ਨਾ ਉਹਨਾਂ ਦੇ ਸੁਸਮਾਚਾਰ ਨੂੰ ਸੁਣਾਇਆ, ਅਤੇ ਫਿਰ ਸਾਡੇ 'ਤੇ ਦੁੱਖ ਬਣਦੇ ਆ ਕਿ ਨਹੀਂ ਬਣਦੇ? ਪਰ ਫਿਰ ਵੀ ਸਾਡਾ ਪਰਮੇਸ਼ਰ ਕਿੰਨਾ ਸਾਮਰਥੀ ਆ। ਉਹ ਕਹਿੰਦੇ ਕਿ ਤੁਹਾਡਾ ਯਹੋਵਾ ਪਰਮੇਸ਼ਰ ਤੁਹਾਨੂੰ ਇਹਨਾਂ ਸਾਰੀਆਂ ਪ੍ਰੋਬਲਮ ਵਿੱਚੋਂ ਕੱਢਣਾ ਜਾਣਦੇ ਆ। ਪਰ ਆਪਾਂ ਵੇਖਾਂਗੇ ਕਿ ਯੀਸ਼ੂ ਮਸੀਹ ਉੱਤੇ ਤਾਂ ਇਸ ਲਈ ਦੁੱਖ ਆਏ ਕਿਉਂਕਿ ਉਹ ਸਾਡੇ ਪਾਪਾਂ ਦੇ ਲਈ ਦੁੱਖ ਕੀਤੇ ਗਏ, ਉਹਨਾਂ ਨੂੰ ਸਾਡੇ ਪਾਪਾਂ ਕਰਕੇ ਸਲੀਬ ਦਿੱਤੀ ਗਈ। ਪਰ ਉਹਨਾਂ ਦੇ ਚੇਲਿਆਂ ਦੇ ਉੱਤੇ ਕਿਉਂ ਦੁੱਖ ਦੇ ਦਿਨ ਆਏ, ਉਹ ਜਾਣਨ ਦੇ ਲਈ ਆਪਾਂ ਵਚਨ 'ਚ ਦੇਖਾਂਗੇ ਲੂਕਾ 19 ਉਹਦੀ 43 ਨੰਬਰ ਆਇਤ ਨੂੰ। ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ। ਹਾਲੇਲੂਇਆ। ਇਹ ਦਿਨ ਕਿਉਂ ਆਏ? ਕਿਉਂਕਿ ਵਚਨ 'ਚ ਲਿਖਿਆ ਹੋਇਆ ਸੀਗਾ ਕਿ ਉਹ ਦਿਨ ਆਉਣਗੇ। ਆਪਾਂ ਵਚਨ 'ਚ ਕੀ ਜਾਣਦੇ ਹਾਂ ਕਿ ਜੋ ਚੀਜ਼ ਵੀ ਵਚਨ 'ਚ ਲਿਖਿਆ ਹੋਈ ਉਹਦਾ ਪੂਰਾ ਹੋਣਾ ਜ਼ਰੂਰੀ ਆ। ਆਪਾਂ ਉਸ ਸਮੇਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਯਿਸੂ ਮਸੀਹ ਜੀ ਦੇ ਉੱਤੇ ਵੀ ਜੋ ਜੋ ਮੁਸੀਬਤਾਂ ਆਈਆਂ, ਜੋ ਜੋ ਉਹਨਾਂ ਨੇ ਦੁੱਖ ਝੱਲੇ, ਉਹਨਾਂ ਬਾਰੇ ਪਹਿਲਾਂ ਭਵਿੱਖਬਾਣੀ ਕੀਤੀ ਹੋਈ ਸੀ। ਔਰ ਉਹਨਾਂ ਨੇ ਅੰਤ ਦੇ ਲਫ਼ਜ਼ਾਂ ਵਿੱਚ ਕੀ ਕਿਹਾ ਕਿ ਪੂਰਾ ਹੋਇਆ। ਉਹਨਾਂ ਨੇ ਉਹਨਾਂ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ। ਇਸ ਲਈ ਆਪਣੇ ਉੱਤੇ ਵੀ ਉਹ ਸਾਰੀਆਂ ਭਵਿੱਖਬਾਣੀਆਂ ਦਾ ਪੂਰਾ ਹੋਣਾ ਜ਼ਰੂਰੀ ਆ। ਕਿਉਂਕਿ ਜੇ ਵਚਨ 'ਚ ਲਿਖਿਆ ਕਿ ਤੇਰੇ ਉੱਤੇ ਵੈਰੀ ਆਉਣਗੇ, ਤੈਨੂੰ ਰੋਕਣਗੇ, ਤੈਨੂੰ ਘੇਰਾ ਪਾ ਲੈਣਗੇ, ਅਤੇ ਮਤਲਬ ਇਹ ਸਭ ਹੋਣਾ ਜ਼ਰੂਰੀ ਆ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਪਹਿਲਾ ਪਤਰਸ ਉਹਦੀ 5 ਨੰਬਰ ਅਧਿਆਇ ਦੀ 9 ਨੰਬਰ ਆਇਤ ਨੂੰ। ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ, ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ। ਹਾਲੇਲੂਇਆ। ਹੁਣ ਬਹੁਤ ਸਾਰੇ ਜਨ ਇੱਦਾਂ ਦੇ ਆ ਜਿਨ੍ਹਾਂ ਦਾ ਸਵਾਲ ਇਹ ਹੁੰਦਾ ਕਿ ਰੱਬਾ ਮੈਂ ਹੀ ਕਿਉਂ, ਮੇਰੇ ਉੱਤੇ ਹੀ ਇੰਨੇ ਦੁੱਖ ਕਿਉਂ, ਮੈਨੂੰ ਹੀ ਸਾਰੀਆਂ ਮੁਸੀਬਤਾਂ ਵਿੱਚ ਕਿਉਂ? ਅੱਜ ਉਹਨਾਂ ਨੂੰ ਇਹ ਵਚਨ ਜਵਾਬ ਦਿੰਦਾ ਆ ਕਿ ਤੁਹਾਡੇ ਸਾਰੇ ਗੁਰੂ ਭਾਈ ਜਿਹੜੇ ਇਸ ਜਗਤ ਵਿੱਚ ਆ ਉਹਨਾਂ ਸਾਰਿਆਂ ਨੂੰ ਵੀ ਇਹੋ ਦੁੱਖ ਝੱਲਣੇ ਪੈਂਦੇ ਆ। ਕਿ ਆਪਾਂ ਆਪਣੇ ਦੁੱਖ ਨੂੰ ਵੇਖ ਕੇ ਇਹ ਨਹੀਂ ਕਹਿਣਾ ਕਿ ਸਾਡਾ ਦੁੱਖ ਵੱਡਾ ਆ, ਪਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਕਿ ਜਿੰਨੇ ਵੀ ਅਸੀਂ ਗੁਰੂ ਭਾਈ ਇਸ ਧਰਤੀ ਉੱਤੇ ਹੈਗੇ ਆ ਉਹਨਾਂ ਸਾਰਿਆਂ ਦੀ ਜ਼ਿੰਦਗੀ ਵਿੱਚ ਦੁੱਖ ਆ, ਪ੍ਰੋਬਲਮਸ ਆ, ਮੁਸੀਬਤਾਂ ਆ, ਅਤੇ ਇਹ ਸਭ ਹੋਣਾ ਜ਼ਰੂਰੀ ਆ ਕਿਉਂਕਿ ਆਪਾਂ ਨੂੰ ਪਰਮੇਸ਼ਰ ਕੀ ਹੈ ਸਾਮਰਥ ਦਿੰਦੇ ਇਹਨਾਂ ਦੁੱਖਾਂ ਨੂੰ ਝੱਲਣ ਦੇ ਲਈ। ਔਰ ਆਪਾਂ ਯਿਸੂ ਮਸੀਹ ਦੀ ਜ਼ਿੰਦਗੀ ਵਿੱਚੋਂ ਸਭ ਤੋਂ ਵੱਡੀ ਸਿੱਖਿਆ ਲੈ ਸਕਦੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੇ ਝੱਲਿਆ।
ਸਾਡੇ ਦੁੱਖ ਉਹਨਾਂ ਦੇ ਦੁੱਖ ਸਾਹਮਣੇ ਕੁਛ ਵੀ ਨਹੀਂ ਹੈਗੇ, ਪਰ ਉਹਨਾਂ ਨੇ ਉਹ ਦੁੱਖ ਝੱਲੇ ਤਾਂ ਉਹਨਾਂ ਨੂੰ ਉਹਨਾਂ ਦੁੱਖਾਂ ਦੇ ਬਦਲੇ ਵਿੱਚ ਕੀ ਮਿਲਿਆ? ਅਨੰਤ ਜੀਵਨ ਮਿਲਿਆ। ਅੱਜ ਉਹ ਪਿਤਾ ਪਰਮੇਸ਼ਰ ਦੇ ਸੱਜੇ ਹੱਥ ਬੈਠ ਕੇ ਇਸ ਪੂਰੀ ਧਰਤੀ ਦਾ ਨਿਆਂ ਕਰ ਸਕਦੇ ਆ। ਉਹ ਸਾਡੀ ਸਿਫਾਰਿਸ਼ ਖੁਦਾ ਅੱਗੇ ਕਰ ਸਕਦੇ ਆ। ਅਤੇ ਇਸ ਲਈ ਹਰ ਇੱਕ ਦੁੱਖ ਦੇ ਪਿੱਛੇ ਇੱਕ ਵੱਡਾ ਸੁੱਖ ਹੁੰਦਾ ਆ। ਅਗਰ ਅਸੀਂ ਆਪਣੇ ਦੁੱਖ ਦੇ ਸਮੇਂ ਵਿੱਚ ਉਸ ਦੁੱਖ ਨੂੰ ਝੱਲਦੇ ਹੋਏ ਵੀ ਪਰਮੇਸ਼ਰ ਦੇ ਨਾਲ ਜੁੜੇ ਰਵਾਂਗੇ ਔਰ ਉਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਖਿਲਾਫ ਨਹੀਂ ਬੋਲਾਂਗੇ, ਉਸ ਵੇਲੇ ਵੀ ਪਰਮੇਸ਼ਰ ਦਾ ਸ਼ੁਕਰ ਕਰਾਂਗੇ ਔਰ ਪਰਮੇਸ਼ਰ ਦੇ ਸਾਮਰਥ ਨੂੰ ਆਪਦੇ ਲਈ ਮੰਗਦੇ ਰਵਾਂਗੇ, ਅਤੇ ਸਾਡੇ ਲਈ ਵੀ ਪਰਮੇਸ਼ਰ ਨੇ ਬਹੁਤ ਵੱਡੀਆਂ ਪਲੈਨਿੰਗ ਸੋਚ ਕੇ ਰੱਖੀਆਂ ਆ। ਇੱਕ ਬਹੁਤ ਵੱਡਾ ਔਰ ਉੱਤਮ ਫਲ ਉਹਨਾਂ ਨੇ ਸਾਡੇ ਲਈ ਰੱਖਿਆ। ਜਿੱਦਾਂ ਪ੍ਰਭੂ ਯਿਸੂ ਮਸੀਹ ਜੀ ਨੇ ਇੰਨਾ ਦੁੱਖ ਝੱਲਣ ਤੋਂ ਬਾਅਦ ਅੱਜ ਅਨੰਤ ਜੀਵਨ ਪਾਇਆ ਆ, ਉਸ ਤਰ੍ਹਾਂ ਅਸੀਂ ਵੀ ਅਨੰਤ ਜੀਵਨ ਦੇ ਹਿੱਸੇਦਾਰ ਹੋ ਸਕਦੇ ਹਾਂ ਅਗਰ ਅਸੀਂ ਉਹਨਾਂ ਦੁੱਖਾਂ ਵਿੱਚ ਰਹਿੰਦੇ ਹੋਏ ਵੀ ਪਰਮੇਸ਼ਰ ਦੇ ਨਾਮ ਵਿੱਚ ਦੀਨ ਰਹੀਏ ਔਰ ਪਰਮੇਸ਼ਰ ਦੀ ਉਸ ਰਜ਼ਾ ਵਿੱਚ ਖੁਸ਼ ਰਹੀਏ ਔਰ ਪ੍ਰਭੂ ਨੂੰ ਆਪਣੇ ਸੁੰਦਰ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਰਹੀਏ ਕਿ ਪਿਤਾ, ਅਸੀਂ ਵਿਸ਼ਵਾਸ ਕਰਦੇ ਕਿ ਭਾਵੇਂ ਅੱਜ ਸਾਡੀ ਜ਼ਿੰਦਗੀ ਵਿੱਚ ਦੁੱਖ ਆ, ਪਰ ਚਾਨਣ ਤੁਸੀਂ ਸਾਡੀ ਜ਼ਿੰਦਗੀ 'ਚ ਲੈ ਕੇ ਆਓਗੇ, ਆਪਣੀ ਸ਼ਾਂਤੀ ਔਰ ਸਾਡੇ ਦੁੱਖ ਨੂੰ ਆਨੰਦ ਵਿੱਚ ਬਦਲ ਦੋਗੇ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਪਹਿਲਾ ਪਤਰਸ ਉਹਦੀ 5 ਨੰਬਰ ਇਹਦੀ 10 ਨੰਬਰ ਆਇਤ ਨੂੰ। ਅਤੇ ਪਰਮ ਕਿਰਪਾਲੂ ਪਰਮੇਸ਼ਰ ਜੀ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜ੍ਹਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਇਮ ਅਤੇ ਤਕੜਿਆਂ ਕਰੇਗਾ। ਹਾਲੇਲੂਇਆ। ਦੇਖੋ, ਪਰਮੇਸ਼ਰ ਦਾ ਵਚਨ ਸਾਨੂੰ ਹੌਸਲਾ ਵੀ ਦਿੰਦਾ ਆ ਕਿ ਜੇ ਇਹ ਦੁੱਖ ਹੋਣਾ ਤੁਹਾਡੇ ਲਈ ਜ਼ਰੂਰੀ ਆ ਤਾਂ ਤੁਸੀਂ ਟੈਨਸ਼ਨ ਨਹੀਂ ਲੈਣੀ, ਕਿਉਂਕਿ ਤੁਹਾਡਾ ਪਰਮੇਸ਼ਰ ਤੁਹਾਨੂੰ ਕਾਇਮ ਕਰੇਗਾ, ਤੁਹਾਨੂੰ ਤਕੜਿਆਂ ਕਰੇਗਾ, ਕਿਉਂਕਿ ਉਹਨਾਂ ਨੇ ਤੁਹਾਨੂੰ ਸਦੀਪਕ ਕਾਲ ਦੇ ਤੇਜ ਦੇ ਲਈ ਮਸੀਹ ਵਿੱਚ ਸੱਦਿਆ ਆ। ਆਪਾਂ ਨੂੰ ਪਰਮੇਸ਼ਰ ਨੇ ਸੱਦਿਆ ਆ ਔਰ ਅਗਰ ਆਪਾਂ ਨੂੰ ਸੱਦਿਆ ਹੈ ਤਾਂ ਉਹ ਆਪਾਂ ਨੂੰ ਟੈਸਟ ਕਰ ਰਹੇ, ਕਿਉਂਕਿ ਪ੍ਰੀਖਿਆ ਤਾਂ ਪਰਮੇਸ਼ਰ ਦੇ ਪੁੱਤਰ ਨੇ ਵੀ ਦਿੱਤੀ ਸੀ, ਪਰਤਿਆਇਆ ਤਾਂ ਉਹਨਾਂ ਨੂੰ ਵੀ ਗਿਆ ਸੀ, ਜਦ ਕਿ ਉਹਨਾਂ ਨੂੰ ਪਤਾ ਸੀਗਾ ਕਿ ਮੇਰਾ ਬੇਟਾ ਨਿਪੁੰਨ ਆ, ਉਹ ਸੰਪੂਰਨ ਆ, ਉਹਦੇ ਵਿੱਚ ਕੋਈ ਕਮੀ ਨਹੀਂ ਹੈਗੀ, ਪਰ ਫਿਰ ਵੀ ਉਹਨਾਂ ਨੂੰ ਪਰਤਿਆਇਆ ਗਿਆ ਕਿਉਂਕਿ ਜਗਤ ਦੇ ਲਈ, ਤਾਂ ਕਿ ਜਗਤ ਵਿੱਚ ਇਹ ਗੱਲ ਨਾ ਹੋਵੇ ਕਿ ਪਰਮੇਸ਼ਰ ਦਾ ਪੁੱਤਰ ਸੀ ਇਸ ਕਰਕੇ ਉਹਦੇ 'ਤੇ ਕੋਈ ਪ੍ਰੋਬਲਮ ਨਹੀਂ ਆਈ, ਕੋਈ ਦੁੱਖ ਨਹੀਂ ਆਇਆ, ਪਰ ਉਹਨਾਂ ਨੇ ਫਿਰ ਵੀ ਆਪਣੇ ਬੇਟੇ ਨੂੰ ਇਸ ਧਰਤੀ ਦਾ ਸਭ ਤੋਂ ਦਰਦਨਾਕ ਜ਼ਿੰਦਗੀ ਦਿੱਤੀ। ਉਹ ਆਪਣੀ ਜ਼ਿੰਦਗੀ ਦੇ ਦਿਨਾਂ ਵਿੱਚ ਵੀ ਦੁਖੀ ਸੀਗੇ, ਆਪਣੇ ਲੋਕਾਂ ਨੂੰ ਦੇਖ ਕੇ ਉਹਨਾਂ ਦੇ ਜੀਵਨ ਕਾਲ ਦਾ ਆਖਰੀ ਸਮਾਂ ਬੇਹੱਦ ਦਰਦਨਾਕ ਅਤੇ ਦੁਖੀ ਸੀਗਾ। ਇਸ ਲਈ ਆਪਣੇ ਲਈ ਵੀ ਇਹ ਦੁੱਖ, ਇਹ ਥੋੜ੍ਹੀਆਂ ਪਰੇਸ਼ਾਨੀਆਂ ਹੋਣਾ ਜ਼ਰੂਰੀ ਆ, ਕਿਉਂਕਿ ਪਰਤਿਆਵਾ ਜ਼ਰੂਰੀ ਨਹੀਂ ਸ਼ੈਤਾਨ ਵੱਲੋਂ ਹੋਵੇ, ਪਰਮੇਸ਼ਰ ਵੀ ਸਾਨੂੰ ਪਰਖ ਸਕਦੇ ਆ। ਔਰ ਜਦੋਂ ਆਪਾਂ ਪਰਮੇਸ਼ਰ ਦੇ ਪਰਤਿਆਵੇ ਵਿੱਚੋਂ ਪਾਸ ਹੋ ਜਾਵਾਂਗੇ ਤਾਂ ਪਰਮੇਸ਼ਰ ਸਾਨੂੰ ਕਾਇਮ ਅਤੇ ਕਾਇਮ ਕਰਨਗੇ, ਸਾਨੂੰ ਤਕੜਿਆਂ ਕਰਨਗੇ, ਸਾਡੀ ਜ਼ਿੰਦਗੀ ਨੂੰ ਇਸ ਤਰ੍ਹਾਂ ਚੇਂਜ ਕਰਨਗੇ ਜਿੱਦਾਂ ਅਸੀਂ ਕਦੇ ਸਪੋਜ਼ ਵੀ ਨਹੀਂ ਕੀਤਾ ਹੋਊਗਾ, ਇਮੈਜਨ ਵੀ ਨਹੀਂ ਕਦੇ ਕੀਤਾ ਹੋਊਗਾ। ਸਾਡੀ ਸੋਚਣ ਸ਼ਕਤੀ ਤੋਂ ਵੀ ਬਾਹਰ ਦੀ ਆਸ਼ੀਸ਼ ਹੋਵੇਗੀ ਉਹ। ਅੱਜ ਅਸੀਂ ਛੋਟੀਆਂ ਚੀਜ਼ਾਂ ਪਿੱਛੇ ਪਰੇਸ਼ਾਨ ਹੋ ਜਾਂਦੇ ਕਿ ਪਰਮੇਸ਼ਰ ਸਾਨੂੰ ਇਹ ਚੀਜ਼ ਕਿਉਂ ਨਹੀਂ ਮਿਲੀ, ਪਰ ਆਪਾਂ ਪ੍ਰਾਰਥਨਾ ਕਰਨੀ ਕਿ ਪਰਮੇਸ਼ਰ ਅਗਰ ਇਹ ਸਾਡੇ ਲਈ ਨਹੀਂ ਮਿਲੀ ਤਾਂ ਮਤਲਬ ਤੁਹਾਡੀ ਯੋਜਨਾ ਸਾਡੇ ਲਈ ਉੱਤਮ ਆ, ਔਰ ਪਿਤਾ ਸਾਡੀ ਮਦਦ ਕਰੋ ਕਿ ਅਸੀਂ ਉਸ ਉੱਤਮ ਫਲ ਨੂੰ ਲੈਣ ਦੇ ਲਈ ਤਿਆਰ ਹੋ ਜਾਈਏ। ਅਗਰ ਅਸੀਂ ਦੁੱਖ ਵਿੱਚ ਹਾਂ ਤਾਂ ਪ੍ਰਭੂ ਨੂੰ ਪ੍ਰਾਰਥਨਾ ਕਰਨੀ ਕਿ ਪਿਤਾ ਅਸੀਂ ਇਸ ਪਰਤਿਆਵੇ ਵਿੱਚੋਂ ਪਾਸ ਹੋ ਜਾਈਏ। ਅਗਰ ਅਸੀਂ ਸ਼ੈਤਾਨ ਦੁਆਰਾ ਜਾਂ ਕਿਸੇ ਦੁੱਖ ਦੁਆਰਾ ਜਾਂ ਕਿਸੇ ਬਿਮਾਰੀ ਦੁਆਰਾ ਜਾਂ ਗਰੀਬੀ ਦੁਆਰਾ ਪਰਖੇ ਜਾ ਰਹੇ ਹਾਂ ਅਤੇ ਆਪਾਂ ਪਰਮੇਸ਼ਰ ਨੂੰ ਕੀ ਕਹਿਣਾ ਕਿ ਪ੍ਰਭੂ ਜੀ ਤੁਸੀਂ ਸਾਨੂੰ ਇਸ ਪਰਤਿਆਵੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਾਡੀ ਮਦਦ ਕਰੋ। ਇਹ ਦੁੱਖ ਇੰਨਾ ਵੀ ਸਖਤ ਨਹੀਂ ਹੈ ਕਿ ਅਸੀਂ ਇਹਨੂੰ ਝੱਲ ਨਾ ਸਕੀਏ, ਬਸ ਸਾਡੀ ਮਦਦ ਕਰੋ ਕਿ ਅਸੀਂ ਇਸ ਸਮੇਂ ਦੇ ਵਿੱਚ ਵੀ ਤੁਹਾਡੀ ਮਹਿਮਾ ਕਰਦੇ ਰਹੀਏ। ਅਤੇ ਆਓ ਅੱਜ ਆਪਾਂ ਇਹਨਾਂ ਖਾਸ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, ਧੰਨਵਾਦ, ਧੰਨਵਾਦ ਪਿਤਾ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਨਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਸੁੰਦਰ ਸਮੇਂ ਦੇ ਲਈ ਮੇਰੇ ਪਿਤਾ ਪਰਮੇਸ਼ਰ, ਜੋ ਅੱਜ ਦਾ ਖਾਸ ਵਚਨ ਤੁਸੀਂ ਸਾਡੀ ਜ਼ਿੰਦਗੀ ਵਿੱਚ ਦਿੱਤਾ ਮੇਰੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ क्षमा ਮੰਗਦੇ ਉਹਨਾਂ ਸਾਰੇ ਪਾਪਾਂ ਗੁਨਾਹਾਂ ਦੇ ਲਈ, ਉਹਨਾਂ ਸਾਰੇ ਸ਼ਬਦਾਂ ਦੇ ਲਈ ਮੇਰੇ ਪ੍ਰਭੂ ਜੀ, ਜੋ ਅਸੀਂ ਆਪਣੇ ਦੁੱਖ ਦੇ ਸਮੇਂ ਵਿੱਚ ਤੁਹਾਡੇ ਖਿਲਾਫ ਬੋਲੇ ਸੀ ਮੇਰੇ ਪਿਤਾ, ਅਸੀਂ ਤੁਹਾਡੇ ਖਿਲਾਫ ਕੁਐਸਚਨ ਕੀਤੇ ਮੇਰੇ ਪ੍ਰਭੂ ਜੀ। ਅਸੀਂ ਅੱਜ ਉਹਨਾਂ ਸਾਰਿਆਂ ਗੰਦਿਆਂ ਸ਼ਬਦਾਂ ਦੇ ਲਈ ਮਾफ़ੀ ਮੰਗਦੇ ਹਾਂ, क्षमा ਕਰ ਦਿਓ, ਬਖਸ਼ ਲਓ ਮੇਰੇ ਪਿਤਾ ਪਰਮੇਸ਼ਰ। ਅਸੀਂ ਆਪਣੇ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਜਾਣਿਆ ਮੇਰੇ ਪਿਤਾ ਕਿ ਤੁਹਾਡੀ ਮਰਜ਼ੀ ਸਾਡੀ ਜ਼ਿੰਦਗੀ ਵਿੱਚ ਕੀ ਸੀਗੀ। ਪਿਤਾ ਸਾਡੀ ਮਦਦ ਕਰੋ ਕਿ ਅਸੀਂ ਇਸ ਦੁੱਖ ਦੇ ਸਮੇਂ ਵਿੱਚ ਵੀ ਤੁਹਾਡੇ ਨਾਲ ਚੱਲਦੇ ਹੋਏ ਤੁਹਾਡੀ ਹਜ਼ੂਰੀ ਵਿੱਚ ਬਣੇ ਰਹੀਏ, ਔਰ ਉਸ ਸਮੇਂ ਨੂੰ ਮੇਰੇ ਪਿਤਾ ਪਰਮੇਸ਼ਰ ਪਾਸ ਕਰ ਜਾਈਏ ਮੇਰੇ ਪ੍ਰਭੂ ਜੀ। ਇਸ ਪ੍ਰੀਖਿਆ ਵਿੱਚੋਂ ਅਸੀਂ ਖਰੇ ਉਤਰੀਏ ਮੇਰੇ ਪ੍ਰਭੂ ਜੀ, ਔਰ ਤੁਹਾਡੀ ਆਸ਼ੀਸ਼ ਸਾਡੇ ਉੱਤੇ ਇੱਕ ਵੱਡੀ ਰੌਸ਼ਨੀ ਦੀ ਤਰ੍ਹਾਂ ਚਮਕ ਉੱਠੇ ਮੇਰੇ ਪਿਤਾ। ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਮੇਰੇ ਪ੍ਰਭੂ ਜੀ ਉਹ ਸਾਰੇ ਹਨੇਰੇ ਦੀਆਂ ਸ਼ਕਤੀਆਂ ਦੂਰ ਕੀਤੀਆਂ ਜਾਣ। ਅੱਜ ਜਿੰਨੇ ਵੀ ਜਨ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਵਿੱਚ ਆਪਣੇ ਦੁੱਖਾਂ, ਪਰੇਸ਼ਾਨੀਆਂ ਔਰ ਬਿਮਾਰੀਆਂ ਨੂੰ ਲੈ ਕੇ ਬੈਠੇ ਆ ਪਿਤਾ, ਅੱਜ ਤੁਸੀਂ ਆਪਣੇ ਵਚਨ ਦੇ ਦੁਆਰਾ ਉਹਨਾਂ
ਨਾਲ ਗੱਲ ਕੀਤੀ ਆ ਕਿ ਸਾਡੇ ਸਾਰੇ ਗੁਰ ਭਾਈ ਇਹੀ ਦੁੱਖ ਚੱਲਦੇ ਆ, ਪਰ ਪਿਤਾ ਤੁਸੀਂ ਉਹਨਾਂ ਸਾਰਿਆਂ ਨੂੰ ਸਾਮਰਥ ਦੇਣਾ, ਉਹ ਦੁੱਖ ਝੱਲਣ ਦੇ ਵਿੱਚ ਮਦਦ ਕਰਨਾ ਮੇਰੇ ਪ੍ਰਭੂ ਜੀ, ਤਾਂ ਕਿ ਉਹ ਤੁਹਾਡੇ ਨਾਮ ਵਿੱਚ ਪਿਤਾ ਵੱਧਦੇ ਜਾਣ ਔਰ ਤੁਹਾਡੇ ਨਾਂ ਦੇ ਖਿਲਾਫ ਉਹ ਕੁੜਕੁੜਾਉਣ ਨਾ ਮੇਰੇ ਪਿਤਾ, ਪਰ ਤੁਹਾਡੀ ਦੀਨਤਾ ਦੇ ਨਾਲ ਸੇਵਾ ਕਰਨ ਵਿੱਚ ਲੱਗੇ ਰਹਿਣ ਪ੍ਰਭੂ ਜੀ। ਤੁਹਾਡੇ ਵਚਨਾਂ ਨੂੰ ਸੁਣਨ ਉਹ ਆਪਣੇ ਹਿਰਦੇ ਦੇ ਅੰਦਰ ਜਮ੍ਹਾਂ ਕਰ ਲੈਣ। ਔਰ ਪ੍ਰਭੂ ਜਿੰਨੇ ਵੀ ਜਨ ਅੱਜ ਤੱਕ ਤੁਹਾਨੂੰ ਕੁਐਸਚਨ ਕਰਦੇ ਸੀ, ਅੱਜ ਉਹ क्षमा ਮੰਗ ਲੈਣ ਮੇਰੇ ਪ੍ਰਭੂ ਜੀ। ਜਿਨ੍ਹਾਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ ਸਾਡੀ ਮੁਸੀਬਤ ਵੱਡੀ ਆ, ਪਿਤਾ ਅੱਜ ਉਹਨਾਂ ਸਾਰਿਆਂ ਨੂੰ ਮਾफ़ ਕਰ ਦਿਓ ਮੇਰੇ ਪਿਤਾ ਪਰਮੇਸ਼ਰ। ਜਿੰਨੇ ਵੀ ਜਨ ਮੇਰੇ ਪ੍ਰਭੂ ਜੀ ਤੁਹਾਡੇ ਨਾਮ ਵਿੱਚ ਕੁੜਕੁੜਾਉਂਦੇ ਸੀ, ਅੱਜ ਉਹਨਾਂ ਦਾ ਕੁੜਕੁੜਾਉਣਾ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਦੇ ਵਿੱਚ ਬਦਲ ਜਾਵੇ। ਹਰ ਇੱਕ ਜਨ ਤੁਹਾਡੇ ਨਾਮ ਵਿੱਚ ਸ਼ੁਕਰਾਨਾ ਕਰੇ ਮੇਰੇ ਪ੍ਰਭੂ ਜੀ, ਔਰ ਉਸ ਦੁੱਖ ਦੇ ਸਮੇਂ ਵਿੱਚ ਵੀ ਤੁਹਾਡੀ ਜੈ ਜੈਕਾਰ ਹੋਵੇ ਮੇਰੇ ਪਿਤਾ ਪਰਮੇਸ਼ਰ। ਆਪਣੇ ਲੋਕਾਂ ਦੀ ਮਦਦ ਕਰੋ ਮੇਰੇ ਪਿਤਾ ਪਰਮੇਸ਼ਰ, ਤਾਂ ਕਿ ਤੁਹਾਡੇ ਲੋਕ ਤੁਹਾਡੇ ਨਾਮ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਣ। ਪਿਤਾ ਅੱਜ ਦੇ ਇਸ ਵਚਨ ਦੇ ਦੁਆਰਾ ਤੁਸੀਂ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਹਰ ਇੱਕ ਧਰਮੀ ਜਨ ਨੇ ਤੁਹਾਡੇ ਨਾਮ ਵਿੱਚ ਦੁੱਖ ਝੱਲੇ, ਪਰ ਉਹਦੇ ਬਦਲੇ ਵਿੱਚ ਤੁਸੀਂ ਉਹਨੂੰ ਅਨੰਤ ਦਾ ਜੀਵਨ ਦਿੱਤਾ ਔਰ ਇੱਕ ਅਜਿਹਾ ਫਲ ਦਿੱਤਾ ਪ੍ਰਭੂ ਜੀ, ਜਿਹੜਾ ਉਹਨਾਂ ਦੀ ਜ਼ਿੰਦਗੀ ਵਿੱਚ 1000 ਨਹੀਂ ਬਲਕਿ ਲੱਖ ਗੁਣਾ ਬਰਕਤ ਲੈ ਕੇ ਆਇਆ। ਅਤੇ ਪਿਤਾ ਜਿੰਨੇ ਵੀ ਜਨ ਅੱਜ ਬਿਮਾਰੀਆਂ ਵਿੱਚ ਆ ਜਾਂ ਮੁਸੀਬਤਾਂ ਵਿੱਚ ਆ, ਅਤੇ ਪਿਤਾ ਉਹਨਾਂ ਦੇ ਇਸ ਮੁਸੀਬਤਾਂ ਦੇ, ਇਸ ਬਿਮਾਰੀਆਂ ਦੇ, ਇਸ ਦੁੱਖ ਦੇ ਸਮੇਂ ਨੂੰ ਘੱਟ ਕਰਦੇ ਹੋਏ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਰਿਆ ਕਰੋ ਮੇਰੇ ਪ੍ਰਭੂ ਜੀ। ਪਿਤਾ ਅਸੀਂ ਵਿਸ਼ਵਾਸ ਕਰਦੇ ਕਿ ਤੁਸੀਂ ਸਾਡੇ ਸੋਗ ਨੂੰ ਖੁਸ਼ੀ ਵਿੱਚ ਬਦਲਣ ਦੀ ਸਾਮਰਥ ਰੱਖਦੇ ਹੋ, ਤੁਸੀਂ ਸਾਡੇ ਦੁੱਖ ਨੂੰ ਆਨੰਦ ਵਿੱਚ ਬਦਲਣ ਦੀ ਸਾਮਰਥ ਰੱਖਦੇ ਹੋ ਮੇਰੇ ਪਿਤਾ। ਅਤੇ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਜਨ ਇਸ ਵਚਨ ਪ੍ਰਾਰਥਨਾ ਦੇ ਦੁਆਰਾ ਤੁਹਾਡੀ ਹਜ਼ੂਰੀ ਵਿੱਚ ਬੈਠੇ ਆ, ਤੁਹਾਡੇ ਨਾਮ ਦੇ ਨਾਲ ਜੁੜੇ ਹੋਏ ਆ, ਹਰ ਇੱਕ ਜਨ ਦੀ ਮਦਦ ਕਰਨਾ ਮੇਰੇ ਪਿਤਾ, ਤਾਂ ਕਿ ਉਹ ਤੁਹਾਡੇ ਨਾਮ ਵਿੱਚ ਵੱਧਦੇ ਜਾਣ ਔਰ ਤੁਹਾਡੇ ਖਿਲਾਫ ਬੋਲਣ ਵਾਲੇ ਸ਼ਬਦ ਮੇਰੇ ਪਿਤਾ ਤੁਹਾਡੇ ਹਜ਼ੂਰੀ ਵਿੱਚ ਬੈਠਣ ਵਾਲੇ ਹੋ ਜਾਣ, ਤੁਹਾਡਾ ਧੰਨਵਾਦ ਕਰਨ ਵਾਲੇ ਹੋ ਜਾਣ, ਤੁਹਾਡੇ ਸਾਮਰਥੀ ਸ਼ਬਦ ਉਹਨਾਂ ਦੇ ਮੂੰਹ ਵਿੱਚੋਂ ਨਿਕਲਣ। ਪਿਤਾ ਹਰ ਇੱਕ ਜਨ ਉੱਤੇ ਆਪਣੇ ਵਰਦਾਨਾਂ ਨੂੰ ਪ੍ਰਗਟ ਕਰੋ, ਤੁਹਾਡੇ ਲੋਕ ਤੁਹਾਡੇ ਨਾਮ ਵਿੱਚ ਸੁਸਮਾਚਾਰ ਸੁਣਾਉਣ ਵਾਲੇ ਹੋ ਜਾਣ। ਪਿਤਾ ਜਿੰਨੇ ਵੀ ਜਨ ਅੱਜ ਮੁਸੀਬਤਾਂ ਵਿੱਚ ਬੈਠੇ ਆ, ਤੁਸੀਂ ਉਹਨਾਂ ਦੇ ਬੋਝ ਨੂੰ ਹਲਕਾ ਕਰੋ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਉਹਨਾਂ ਦੀ ਮਦਦ ਕਰੋ ਯਾਰ, ਉਹਨਾਂ ਨੂੰ ਕਾਇਮ ਔਰ ਤਕੜਾ ਕਰੋ ਮੇਰੇ ਪਿਤਾ। ਉਹਨਾਂ ਦੀਆਂ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰੋ, ਹਰ ਤਰ੍ਹਾਂ ਦੀਆਂ ਘਟੀਆਂ ਕਮੀਆਂ ਆਪਣੇ ਸਵਰਗ ਰਾਜ ਦੇ ਖਜ਼ਾਨੇ ਵਿੱਚੋਂ ਪੂਰੀਆਂ ਕਰੋ ਮੇਰੇ ਪਿਤਾ। ਪ੍ਰਭੂ ਤੁਹਾਡੇ ਬੱਚੇ ਅੱਜ ਤੁਹਾਡੇ ਨਾਮ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਣ। ਪਿਤਾ ਜਿੰਨੇ ਵੀ ਜਨ ਅੱਜ ਤੁਸੀਂ ਗੱਲਬਾਤ ਕੀਤੀ ਹੈ, ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਆ, ਉਹ ਸਾਰੇ ਜਨ ਤੁਹਾਡੇ ਨਾਮ ਵਿੱਚ ਪਿਤਾ ਇਸ ਵਚਨ ਦੇ ਦੁਆਰਾ ਆਸ਼ੀਸ਼ ਤੇ ਬਰਕਤ ਨੂੰ ਪਾ ਲੈਣ। ਅੱਜ ਤੋਂ ਮੇਰੇ ਪਿਤਾ ਉਹਨਾਂ ਦਾ ਕੁੜਕੁੜਾਉਣਾ ਬੰਦ ਹੋ ਜਾਵੇ, ਉਹ ਤੁਹਾਡੇ ਨਾਮ ਵਿੱਚ ਸਾਮਰਥ ਨੂੰ ਗ੍ਰਹਿਣ ਕਰਨ, ਤੁਹਾਡੇ ਪਾਵਨ ਸਵਰਗ ਦੂਤ ਉਹਨਾਂ ਦੀ ਮਦਦ ਤੇ ਸਹਾਇਤਾ ਕਰਨ। ਪਿਤਾ ਅਸੀਂ ਹਰ ਇੱਕ ਜਨ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪਦੇ ਹੋਏ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਵਿੱਚ ਸਾਰੇ ਮਿਲ ਕੇ ਮੰਗਦੇ ਹਾਂ, ਆਮੇਨ ਆਮੇਨ ਆਮੇਨ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ।